ਜਦੋਂ ਅਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਬਾਏ ਕਰਦੇ ਹਾਂ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਵਾਸਤੇ ਤੇ ਸਾਡਾ ਪ੍ਰਾਈਮ ਫੋਕਸ ਹੁੰਦਾ ਹੈ ਕਿ ਕਿਸੇ ਤਰ੍ਹਾਂ ਸਾਨੂੰ ਘੱਟ ਤੋਂ ਘੱਟ ਰੇਟ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਮਿਲ ਜਾਏ ਐਂਡ ਆਈ ਡੋਂਟ ਬਲੇਮ ਯੂ ਫॉर दैट ਬਿਕੋਜ਼ ਜਦੋਂ ਆਪਣੇ ਪੇਰੈਂਟਸ ਇੱਥੇ ਆਉਂਦੇ ਨੇ ਉਹ ਆਲਰੇਡੀ 60 70 80 ਦੀ ਏਜ ਵਿੱਚ ਹੁੰਦੇ ਨੇ ਤੇ ਉਸ ਵੇਲੇ 1 ਲੱਖ ਦੀ ਇੰਸ਼ੋਰੈਂਸ ਲੈਣਾ 1 ਸਾਲ ਦੀ ਇੰਸ਼ੋਰੈਂਸ ਲੈਣਾ ਕਈ ਵਾਰ ਬੜਾ ਮਹਿੰਗਾ ਪੈ ਜਾਂਦਾ ਹੈ। ਅਸੀਂ ਇਹ ਵੀ ਡਿਸਕਸ ਕਰ ਲੈਂਦੇ ਹਾਂ ਕਿ ਪਾਲਿਸੀ ਵਿੱਚ ਕੀ ਕਵਰ ਹੋਏਗਾ, ਲੇਕਿਨ ਬਹੁਤ ਵਾਰ ਹੁੰਦਾ ਹੈ ਕਿ ਅਸੀਂ ਕੰਪਲੀਟਲੀ ਭੁੱਲ ਜਾਂਦੇ ਹਾਂ ਪੁੱਛਣਾ ਕਿ ਪਾਲਿਸੀ ਕਵਰ ਕੀ ਨਹੀਂ ਕਰਦੀ। ਦੇਖੋ ਕੈਨੇਡਾ ਵਿੱਚ ਜਿੰਨੀ ਵੀ ਇੰਸ਼ੋਰੈਂਸ ਕੰਪਨੀਜ਼ ਹੈ ਐਵਰੀ ਪਾਲਿਸੀ ਹੈਜ਼ ਸਮ ਐਕਸਕਲੂਜਨਸ। ਉਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਸਾਫ਼-ਸਾਫ਼ ਲਿਖਿਆ ਹੁੰਦਾ ਪਾਲਿਸੀ ਵਿੱਚ ਕਿ ਕੁਝ ਚੀਜ਼ਾਂ ਇਹ ਚੀਜ਼ਾਂ ਆਪਾਂ ਕਵਰ ਨਹੀਂ ਕਰਦੇ ਇਰਰਿਸਪੈਕਟਿਵ ਆਫ ਕਿ ਤੁਸੀਂ ਕਿਸ ਤਰ੍ਹਾਂ ਦੀ ਪਾਲਿਸੀ ਬਾਏ ਕੀਤੀ ਹੈ ਤੇ ਪਾਲਿਸੀ ਦਾ ਕੀ ਰੇਟ ਹੈ। ਸੋ ਮੈਂ ਤੁਹਾਨੂੰ ਉਹ ਥੋੜ੍ਹੀਆਂ ਜਿਹੀਆਂ ਚੀਜ਼ਾਂ ਕੁਝ ਚੀਜ਼ਾਂ ਮੈਂ ਦੱਸ ਦਿੰਦਾ ਜਿਹੜੀਆਂ ਜਨਰਲੀ ਕੋਈ ਵੀ ਇੰਸ਼ੋਰੈਂਸ ਕੰਪਨੀ ਕਵਰ ਨਹੀਂ ਕਰਦੀ ਕੈਨੇਡਾ ਵਿੱਚ। ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਅਨਸਟੇਬਲ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨਸ। ਸੋ ਈਵਨ ਜਦੋਂ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਵਿੱਚ ਆਪਣੀ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਆਲਰੇਡੀ ਬਾਏ ਕੀਤੀ ਪਈ ਹੈ, ਲੇਕਿਨ ਤੁਹਾਡੇ ਪੇਰੈਂਟਸ ਆਉਣ ਤੋਂ ਪਹਿਲਾਂ ਜੇ ਉਹਨਾਂ ਦੀ ਮੈਡੀਕਲ ਕੰਡੀਸ਼ਨ ਸਟੇਬਲ ਨਹੀਂ ਹੈ, ਜੇ ਕੋਈ ਹਸਪੀਟਲਾਈਜੇਸ਼ਨ ਹੋਈ ਹੈ ਉਹਨਾਂ ਦੇ 6 ਮਹੀਨੇ ਪਹਿਲਾਂ ਆਉਣ ਤੋਂ ਪਹਿਲਾਂ, ਜਾਂ ਉਹਨਾਂ ਦੀ ਮੈਡੀਕੇਸ਼ਨਸ ਚੇਂਜ ਹੋਈਆਂ ਨੇ, ਕੋਈ ਨਵੀਂ ਮੈਡੀਕੇਸ਼ਨ ਐਡ ਹੋਈ ਹੈ ਜਾਂ ਮੈਡੀਕੇਸ਼ਨ ਦੀ ਫਰੀਕੁਐਂਸੀ ਚੇਂਜ ਹੋਈ ਹੈ ਜਾਂ ਡੋਸੇਜ ਚੇਂਜ ਹੋਈ ਹੈ, ਉਹਨੂੰ ਆਪਾਂ ਅਨਸਟੇਬਲ ਮੈਡੀਕਲ ਕੰਡੀਸ਼ਨ ਕਹਿ ਦਿੰਦੇ ਹਾਂ। ਤੇ ਉਸ ਕੇਸ ਵਿੱਚ ਭਾਵੇਂ ਤੁਸੀਂ ਪ੍ਰੀ ਐਗਜ਼ਿਸਟਿੰਗ ਕਲੌਜ਼ ਬਾਏ ਕੀਤਾ, ਈਵਨ ਦੈਨ ਇੰਸ਼ੋਰੈਂਸ ਕੰਪਨੀਜ਼ ਡੂ ਨਾਟ ਕਵਰ ਦ ਕਲੇਮ। Second thing, they do not cover cost of prescription medications for chronic conditions. So suppose ਕਿਸੇ ਦੇ ਪੇਰੈਂਟਸ ਇੱਥੇ ਆਏ, ਉਹਨਾਂ ਨੂੰ ਬਲੱਡ ਪ੍ਰੈਸ਼ਰ ਸੀ ਜਾਂ ਸਪੋਜ਼ ਡਾਇਬੀਟੀਜ਼ ਸੀਗੀ ਤੇ ਇੱਥੇ ਆ ਕੇ 3-4 ਮਹੀਨੇ ਬਾਅਦ ਉਹਨਾਂ ਦੀ ਦਵਾਈ ਖਤਮ ਹੋ ਗਈ। ਹੁਣ ਉਹ ਫਾਰਮੇਸੀ ਤੇ ਜਾਣਗੇ, ਫਾਰਮੇਸੀ ਤੇ ਬਿਨਾਂ ਪ੍ਰੈਸਕ੍ਰਿਪਸ਼ਨ ਤੋਂ ਦਵਾਈ ਨਹੀਂ ਮਿਲਦੀ, ਦੈਨ ਯੂ ਹੈਵ ਟੂ ਗੋ ਟੂ ਡਾਕਟਰ ਵਿਜ਼ਿਟ, ਯੂ ਮੇ ਹੈਵ ਟੂ ਪੇ $30-40। ਉਸ ਤੋਂ ਬਾਅਦ ਦਵਾਈ ਜਿਹੜੀ ਹੈਗੀ ਹੈ ਉਹ ਵੀ ਉਹਦਾ ਵੀ ਖਰਚਾ। Insurance company do not cover that cost because this is medication for not any new emergency. This is just medication for your chronic condition ਜਿਹੜੀ ਤੁਸੀਂ already ਲੈ ਰਹੇ ਸੀਗੇ, ਉਹ ਸਿਰਫ ਤੁਸੀਂ ਦੁਬਾਰਾ ਡਾਕਟਰ ਕੋ ਜਾ ਰਹੇ ਹੋ ਬਾਏ prescription ਲੈਣ ਵਾਸਤੇ ਤਾਂ purchase ਕਰਨ ਵਾਸਤੇ। No insurance company covers that thing। ਤੀਸਰੀ ਚੀਜ਼ ਹੁੰਦੀ ਹੈ ਐਨੀ ਆਟੋ ਐਕਸੀਡੈਂਟਸ। ਸੁਪਰ ਵੀਜ਼ਾ ਇੰਸ਼ੋਰੈਂਸ ਵਿੱਚ ਰੱਬ ਨਾ ਕਰੇ ਕਿਸੇ ਦੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦਾ ਕੋਈ ਕਾਰ ਐਕਸੀਡੈਂਟ ਹੋ ਜਾਂਦਾ ਹੈ, ਉਸ ਕੇਸ ਵਿੱਚ ਸੁਪਰ ਵੀਜ਼ਾ ਇੰਸ਼ੋਰੈਂਸ ਮੋਟਰ ਵਹੀਕਲ ਐਕਸੀਡੈਂਟਸ ਕਵਰ ਨਹੀਂ ਕਰਦੀ ਬਿਕੋਜ਼ ਜਨਰਲੀ ਆਟੋ ਤੁਹਾਡੀ ਕੋਈ ਵੀ ਜੋ ਵੀ ਆਟੋ ਇੰਸ਼ੋਰੈਂਸ ਹੈ ਉਹ ਕਵਰ ਕਰਦੀ ਹੈ ਕੋਈ ਵੀ ਇੰਜਰੀਜ਼ ਹੋਣ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ, ਨਾਟ ਸੁਪਰ ਵੀਜ਼ਾ। ਦੇ ਆਰ ਆਲਵੇਜ਼ ਦ ਸੈਕੰਡ ਪੇਅਰ ਆਫ ਬੈਨੀਫਿਟ। ਚੌਥੀ ਚੀਜ਼ ਆ ਜਾਂਦੀ ਹੈ ਆਪਣੀ ਨॉन एमरजेंसी और इलेक्टिव प्रोसीजर्स या जनरल कंसल्टेशंस। कई बार आप डॉक्टर को सिर्फ इसलिए चले जाते हैं कि चलो रेगुलर मेडिकल चेकअप कराइए या साड़ी पिठ दर्द हो रही है या कोई एमरजेंसी नहीं है, बट रेगुलर सिर्फ चेकअप कराने जाना है डॉक्टर को। सो कोई भी सुपर वीज़ा इंश्योरेंस पॉलिसी जनरल चेकअप्स, नॉन एमरजेंसी कंसल्टेशंस या कोई इलेक्टिव प्रोसीजर्स ਕੋਈ ਇੰਸ਼ੋਰੈਂਸ ਪਾਲਿਸੀ ਕਵਰ ਨਹੀਂ ਕਰਦੀ। ਉਸ ਤੋਂ ਬਾਅਦ ਜਿਹੜਾ ਕਦੀ ਤੁਹਾਡਾ ਕਲੇਮ ਆ ਜਾਂਦਾ ਹੈ ਨਾ, ਜਦੋਂ ਵੀ ਕੋਈ ਕਲੇਮ ਹੁੰਦਾ ਹੈ ਯੂ ਮਸਟ ਰਿਪੋਰਟ ਦੈਟ ਕਲੇਮ ਟੂ ਇੰਸ਼ੋਰੈਂਸ ਕੰਪਨੀ within 24 to 48 hours depending on company to company। ਜੇ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ within 24 to 48 hours ਕਾਲ ਨਹੀਂ ਕਰਦੇ, in that case ਇੰਸ਼ੋਰੈਂਸ ਕੰਪਨੀ only pays 80% of the claim ਤੇ ਜੋ ਵੀ ਕਲੇਮ ਹੈ ਉਹਦਾ ਪਹਿਲਾ 20% you have to bear the cost and that is in addition to your deductible। ਤੁਸੀਂ ਆਪਣਾ deductible ਵੀ pay ਕਰੋਗੇ ਤੇ 20% cost ਵੀ pay ਕਰੋਗੇ if you do not call insurance company and open the claim। ਉਸ ਤੋਂ ਬਾਅਦ cost of filling forms। ਜੇ ਕੋਈ ਡਾਕਟਰ ਤੁਹਾਨੂੰ ਕਹਿੰਦਾ ਹੈ ਕਿ ਅਸੀਂ ਅਟੈਂਡਿੰਗ ਫਿਜ਼ੀਸ਼ੀਅਨ ਸਟੇਟਮੈਂਟ ਲਿਖਣ ਵਾਸਤੇ ਜਾਂ ਤੁਹਾਡਾ ਕਲੇਮ ਫਾਰਮ ਭਰਨ ਵਾਸਤੇ we will be charging you $20 $50। normally ਕੋਈ ਵੀ ਇੰਸ਼ੋਰੈਂਸ ਕੰਪਨੀ ਜਨਰਲੀ cost of filling claim forms they do not pay for cost of filling claim forms। so again ਇਹ ਚੀਜ਼ ਹਮੇਸ਼ਾ ਦਿਮਾਗ 'ਚ ਰੱਖਿਆ ਕਰੋ। ਉਸ ਤੋਂ ਬਾਅਦ ਜੇ ਆਪਾਂ ਆਈਏ ਪ੍ਰੈਸਕ੍ਰਿਪਸ਼ਨ ਗਲਾਸਿਸ।
ਕਈ ਵਾਰ ਹੁੰਦਾ ਹੈ ਕਿ ਆਪਣੇ ਬਜ਼ੁਰਗ ਇੱਥੇ ਆਉਂਦੇ ਨੇ, ਉਹ ਚੱਲਦੇ ਚੱਲਦੇ ਉਹਨਾਂ ਦੀ ਐਨਕ ਥੱਲੇ ਡਿੱਗ ਗਈ ਜਾਂ ਕੋਈ ਇਸ ਤਰ੍ਹਾਂ ਦੀ ਇੰਜਰੀ ਹੋਈ ਕਿ ਉਹਨਾਂ ਦੀ ਪ੍ਰੈਸਕ੍ਰਿਪਸ਼ਨ ਗਲਾਸਿਸ ਡੈਮੇਜ ਹੋ ਗਈਆਂ। Most of the insurance companies, they do not cover the cost of prescription eyeglasses. You have to pay it out of your pocket. ਫਿਰ ਉਸ ਤੋਂ ਬਾਅਦ ਐਨੀ ਅਨਅਪਰੂਵਡ ਫੋਲੋ-ਅਪਸ। ਹੁਣ ਕਈ ਵਾਰ ਕੀ ਹੁੰਦਾ, ਤੁਸੀਂ ਹਸਪੀਟਲ ਜਾਂਦੇ ਹੋ, ਤੁਹਾਡੀ ਐਮਰਜੈਂਸੀ ਡੀਲ ਕਰਤੀ ਹਸਪੀਟਲ ਨੇ ਤੇ ਤੁਹਾਨੂੰ ਦਵਾਈਆਂ ਲਿਖ ਕੇ ਭੇਜਤੀਆਂ ਤੇ ਕਹਿਤਾ ਕਿ ਹਾਂ ਹਫਤੇ ਬਾਅਦ ਇੱਕ ਵਾਰ ਆ ਕੇ ਚੈੱਕਅਪ ਕਰਾ ਲੈਣਾ, ਉਹਨੂੰ ਆਪਾਂ ਕਹਿੰਦੇ ਆ ਫੋਲੋ-ਅਪ। ਨਾਓ ਇਹ ਜਿਹੜਾ ਫੋਲੋ-ਅਪ ਪ੍ਰੋਸੀਜਰ ਹੈ, ਯੂ ਮਸਟ ਰਿਪੋਰਟ ਇਟ ਟੂ ਇੰਸ਼ੋਰੈਂਸ ਕੰਪਨੀ ਐਂਡ ਇੰਸ਼ੋਰੈਂਸ ਕੰਪਨੀ ਮਸਟ ਅਪਰੂਵ ਇਟ। ਸੋ ਜੇ ਇੰਸ਼ੋਰੈਂਸ ਕੰਪਨੀ ਇਹ ਫੋਲੋ-ਅਪ ਅਪਰੂਵ ਨਹੀਂ ਕਰਦੀ, then they will not pay the cost of this follow-up. So make sure ਕਰਿਆ ਕਰੋ, ਜੇ ਕੋਈ ਫੋਲੋ-ਅਪਸ ਰਿਕੁਆਇਰਡ ਹੈ ਇੰਸ਼ੋਰੈਂਸ ਕੰਪਨੀ ਨੂੰ ਕਾਲ ਕਰਕੇ ਹਮੇਸ਼ਾ ਦੱਸੋ ਕਿ ਇਹ ਫੋਲੋ-ਅਪਸ ਸਾਨੂੰ ਹਸਪੀਟਲ ਜਾਂ ਡਾਕਟਰ ਨੇ ਕਿਹਾ ਹੈ ਕਿ ਇੱਕ ਹਫਤੇ ਬਾਅਦ ਜਾ ਕੇ ਦੁਬਾਰਾ ਫੋਲੋ-ਅਪ ਕਰਨਾ ਹੈ, ਸੋ ਦੈਟ ਇੰਸ਼ੋਰੈਂਸ ਕੰਪਨੀ ਉਹਨੂੰ ਅਪਰੂਵ ਕਰ ਸਕੇ ਜਾਂ ਦੱਸ ਸਕੇ ਕਿ ਅਸੀਂ ਅਪਰੂਵ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ। ਉਸ ਤੋਂ ਬਾਅਦ ਕੋਈ ਵੀ ਸਾਈਕੋਲੋਜੀਕਲ ਇੰਪੇਅਰਮੈਂਟਸ, ਜਦ ਤੱਕ ਤੁਸੀਂ ਹਸਪੀਟਲ 'ਚ ਐਡਮਿਟ ਨਹੀਂ ਹੁੰਦੇ ਉਦੋਂ ਤੱਕ ਕੋਈ ਵੀ ਸਾਈਕੋਲੋਜੀਕਲ ਇੰਪੇਅਰਮੈਂਟ, ਕੋਈ ਐਂਗਜ਼ਾਈਟੀ ਡਿਸਆਰਡਰਸ, ਇਸ ਤਰ੍ਹਾਂ ਦੀ ਚੀਜ਼ਾਂ ਮੋਸਟ ਆਫ ਦਾ ਇੰਸ਼ੋਰੈਂਸ ਪਾਲਿਸੀਜ਼ ਦੇ ਡੂ ਨਾਟ ਕਵਰ ਸਾਈਕੋਲੋਜੀਕਲ ਇੰਪੇਅਰਮੈਂਟਸ। ਉਸ ਤੋਂ ਬਾਅਦ ਕੋਈ ਇੰਜਰੀ ਹੋ ਜਾਏ ਤੁਹਾਨੂੰ ਡਿਊ ਟੂ ਦਾ ਅਬਿਊਜ਼ ਆਫ ਡਰੱਗਸ ਔਰ ਐਲਕੋਹਲ, ਕੋਈ ਇੰਜਰੀ ਹੋ ਜਾਏ, ਕੋਈ ਡਿਜ਼ੀਜ਼ ਹੋ ਜਾਏ, ਈਵਨ ਇਨ दैट केस इंश्योरेंस कंपनीज डज नॉट कवर cost of claim if it is due to abuse or overdose of drugs. So ਇਹ ਥੋੜੀਆਂ ਜਿਹੀਆਂ ਚੀਜ਼ਾਂ ਹੈ ਜਦੋਂ ਮੋਸਟ ਆਫ ਦਾ ਇੰਸ਼ੋਰੈਂਸ ਕੰਪਨੀਜ਼, ਕੋਈ ਵੀ ਇੰਸ਼ੋਰੈਂਸ ਕੰਪਨੀ ਇਹ ਚੀਜ਼ਾਂ ਜਨਰਲੀ ਕਵਰ ਨਹੀਂ ਕਰਦੀਆਂ। ਜੇ ਤੁਹਾਡੇ ਕੋਈ ਆਪਣੇ ਕੁਐਸਚਨਸ ਹੈਗੇ ਨੇ ਸੁਪਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ ਜਾਂ ਵਿਜ਼ਟਰਸ ਟੂ ਕੈਨੇਡਾ ਨੂੰ ਇੰਸ਼ੋਰੈਂਸ ਨੂੰ ਲੈ ਕੇ, you can always give me a call at 416-270-1234 416 270 1234। Sagun Goyal. Thanks for stopping by. Have a great day.